ਸਤਿ ਸ਼੍ਰੀ ਅਕਾਲ ਜੀ, ਅਜੀਤ WebTV ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਰਪਾਲ ਸਿੰਘ, ਕੈਨੇਡਾ ਦੇ ਸ਼ਹਿਰ ਵਿਨੀਪੈਗ ਤੋਂ। ਜੇਕਰ ਸਿੱਖੀ ਦੇ ਮੁੱਢਲੇ ਸਿਧਾਂਤਾਂ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਗੱਲ ਕਰੀਏ ਤਾਂ ਵਿਦੇਸ਼ਾਂ ਦੇ ਵਿੱਚ ਵੀ ਆ ਕੇ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਵੱਲੋਂ ਇਸ 'ਤੇ ਪੂਰਾ ਚੰਗੀ ਤਰ੍ਹਾਂ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ। ਅੱਜ ਅਸੀਂ ਹਾਈਵੇ ਮੋਟਰ ਫਰੇਟ ਦੇ ਯਾਰਡ ਵਿੱਚ ਖੜੇ ਹਾਂ, ਜਿੱਥੇ ਕਿ ਮੈਨੀਟੋਬਾ ਚਿਲਡਰਨ ਹਸਪੀਟਲ ਐਂਡ ਫਾਊਂਡੇਸ਼ਨ ਦੇ ਲਈ ਇੱਕ ਫੰਡ ਰੇਜ਼ ਡਿਨਰ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਜਿੱਥੇ ਸ਼ਹਿਰ ਦੇ ਪਤਵੰਤੇ ਪਹੁੰਚੇ ਹਨ, ਉੱਥੇ ਹੀ ਮੈਨੀਟੋਬਾ ਚਿਲਡਰਨ ਐਂਡ ਹਸਪੀਟਲ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਸਟੈਫਨਲ ਹੋਣੀ ਵੀ ਪਹੁੰਚੇ ਹਨ, ਜਿੱਥੇ ਅਸੀਂ ਸਟੈਫਨਲ ਹੋਣਾ ਨਾਲ ਪੁੱਛਾਂਗੇ ਉਹਨਾਂ ਦੇ ਵੀ ਇਹ ਜਿਹੜੀ ਫਾਊਂਡੇਸ਼ਨ ਹੈ ਕਿਸ ਤਰ੍ਹਾਂ ਕੰਮ ਕਰਦੀ ਹੈ, ਅਤੇ ਉੱਥੇ ਹੀ ਕਮਿਊਨਿਟੀ ਦੇ ਬਾਕੀ ਭਾਈਚਾਰੇ ਦੇ ਬਾਕੀ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਸਾਡੇ ਨਾਲ ਨੇ ਅਜੀਤਪਾਲ ਸਿੰਘ ਜੀ, ਜੋ ਕਿ ਸਪੈਸ਼ਲ ਟੋਰਾਂਟੋ ਤੋਂ ਇਸ ਈਵੈਂਟ ਦਾ ਹਿੱਸਾ ਬਣਨ ਆਏ ਨੇ। ਸਭ ਤੋਂ ਪਹਿਲਾਂ ਅਜੀਤਪਾਲ ਜੀ, ਤੁਹਾਡਾ ਬਹੁਤ ਬਹੁਤ ਅਜੀਤ WebTV ਦੇ ਸਵਾਗਤ ਹੈ ਜੀ। ਤੁਹਾਡਾ ਵੀ ਜੀ ਆਇਆਂ ਨੂੰ। ਤੁਸੀਂ ਵੀ ਆਪਦਾ ਟਾਈਮ 'ਚ ਟਾਈਮ ਕੱਢ ਕੇ ਜੋ ਇੱਕ ਗੁੱਡ ਕਾਜ਼ ਲਈ ਇੱਥੇ ਤੁਸੀਂ ਪੁੱਜੇ ਹੋ, ਸਾਡੀ ਹੌਸਲਾ ਅਫਜ਼ਾਈ ਕੀਤੀ ਹੈ। ਐਂਡ ਇਟਸ ਰੀਅਲੀ ਸਮਥਿੰਗ ਵੀ ਆਪਣੇ ਹਾਈਵੇ ਮੋਟਰ ਵਾਲਿਆਂ ਨੇ ਇਹ ਕਾਜ਼ ਜੋ ਕੀਤਾ, ਇਟਸ ਜਿਹੜਾ ਚਿਲਡਰਨ ਹਸਪੀਟਲ ਵਾਸਤੇ ਫੰਡ ਰੇਜ਼ਿੰਗ ਕੀਤੀ ਹੈ, ਜਿਹਦੇ ਨਾਲ ਆਪਣੀ ਕਮਿਊਨਿਟੀ ਦਾ ਥੋੜ੍ਹਾ ਜਿਹਾ ਨਾਮ ਬਣਦਾ ਹੈ ਚੰਗੇ ਕਾਜ਼ 'ਚ। ਚਲੋ ਠੀਕ ਹੈ ਨਾ, ਸਾਰੇ ਵਿਨੀਪੈਗ ਬੜੀ ਛੋਟੀ ਜੀ ਟਾਊਨ ਸਿਟੀ ਹੈ ਕਹਿ ਲਓ, ਐਂਡ ਫਰੈਂਡਲੀ ਮੈਨੀਟੋਬਾ। ਇੱਥੇ ਆ ਕੇ ਜਿਹੜੀ ਹਾਂਜੀ ਮੈਂ ਟੋਰਾਂਟੋ ਤੋਂ ਆ ਕੇ ਇਹ ਚੀਜ਼ ਮਹਿਸੂਸ ਕੀਤੀ ਹੈ ਵੀ ਇਟਸ ਜਿਹੜੀ ਡੈਫੀਨੇਸ਼ਨ ਹੈ ਫਰੈਂਡਲੀ ਮੈਨੀਟੋਬਾ ਉੱਥੇ ਖਰੀ ਉਤਰਦੀ ਹੈ, ਸਪੈਸ਼ਲੀ ਆਪਣੀ ਕਮਿਊਨਿਟੀ ਵੀ ਖਰੀ ਉਤਰਦੀ ਹੈ। ਔਰ ਇਹੋ ਜਿਹੇ ਕਾਜ਼ ਹੋਣੇ ਬਹੁਤ ਜ਼ਰੂਰੀ ਹੈ। ਆਪਣੀ ਕਮਿਊਨਿਟੀ ਜਿਵੇਂ ਜਿਵੇਂ ਵੱਧ ਰਹੀ ਹੈ ਤਾਂ ਉਹ ਥੋੜ੍ਹਾ ਬਹੁਤ ਇਹੋ ਜਿਹੀ ਕੰਟਰੀਬਿਊਸ਼ਨਸ ਨਾਲ ਜਿਹੜੇ ਹੈ ਨਾ ਅੱਗੇ ਵੀ ਹੌਸਲਾ ਅਫਜ਼ਾਈ ਮਿਲਦੀ ਹੈ। ਜਿਹੜੇ ਲੋਕ ਆਪਣੇ ਨਵੇਂ ਵੀ ਆ ਰਹੇ ਉਹਨਾਂ ਨੂੰ ਵੀ, ਅਤੇ ਆਪਣੀ ਕੰਟਰੀਬਿਊਸ਼ਨ ਨਾਲ ਹੁਣ ਆਪਾਂ ਕੈਨੇਡਾ ਦਾ ਹਿੱਸਾ ਹੀ ਹੈ। ਬਿਲਕੁਲ ਹਿੱਸਾ ਹੈ ਤਾਂ ਆਪਾਂ ਵੱਧ ਚੜ੍ਹ ਕੇ ਫਰਜ਼ ਬਣਦਾ ਔਰ ਇਹਦੇ ਵਿੱਚ ਆਪਾਂ ਹਿੱਸੇ ਅੱਗੇ ਤੋਂ ਵੀ ਲਈਏ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਬੜੀ ਖੂਬਸੂਰਤ ਗੱਲ ਦੱਸਣ ਜਾ ਰਿਹਾ, ਮਤਲਬ ਵੀ 2019 ਦੇ ਵਿੱਚ ਇੱਥੇ ਆਈ ਥਿੰਕ ਜੇ ਮੈਂ ਗਲਤ ਨਹੀਂ ਤਾਂ 2019 ਦੇ ਵਿੱਚ ਬਾਬਾ ਨਾਨਕ ਸਕਾਲਰਸ਼ਿਪ ਦੀ ਸ਼ੁਰੂਆਤ ਯੂਨੀਵਰਸਿਟੀ ਵਿੱਚ ਕੀਤੀ ਗਈ ਸੀ, ਜਿਹਦੇ ਲਈ $25,000 ਹਰੇਕ ਸਾਲ ਦਾ ਟਾਰਗੇਟ ਰੱਖਿਆ। ਪਰ ਵੀ ਉਦੋਂ ਤੋਂ ਦੇਖ ਲਓ ਜਿਹੜੇ ਬੱਚੇ ਗਾਹਾਂ ਅੱਗੇ ਫਰਦਰ ਸਟੱਡੀ ਵਾਸਤੇ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਆ। ਛੋਟੀ ਇੰਨੀ ਕਮਿਊਨਿਟੀ ਹੋਣ ਦੇ ਬਾਵਜੂਦ ਵੀ ਇੱਦਾਂ ਦੇ ਕਾਜ਼ ਲਈ ਵੱਧ ਚੜ੍ਹ ਕੇ ਲੋਕੀ ਜਦੋਂ ਆਈ ਥਿੰਕ ਇਫ ਆਮ ਨਾਟ ਰੋਂਗ, ਜਦੋਂ ਫੰਡ ਰੇਜ਼ਿੰਗ ਦਾ ਜਾਂ ਆਪਾਂ ਕਹਿ ਲਓ ਦਸਵੰਧ ਕੱਢਣ ਦਾ ਟਾਈਮ ਜਾਂ ਨਾ ਆਉਂਦਾ ਤਾਂ ਆਪਣੀ ਕਮਿਊਨਿਟੀ ਇਸ ਗੱਲ 'ਚ ਮੈਂ ਵਧਾਈ ਦਾ ਪਾਤਰ ਹਾਂ। ਤੁਸੀਂ ਵੀ ਜਿਹੜੇ ਵੀ ਤੁਹਾਨੂੰ ਪੰਜਾਬੀ ਕਮਿਊਨਿਟੀ ਹਮੇਸ਼ਾ ਹੀ ਅੱਗੇ ਵੱਧ ਚੜ੍ਹ ਕੇ ਜਿਹੜਾ ਨਾ ਇਹਦੇ 'ਚ ਕੰਟਰੀਬਿਊਟ ਕਰਦੇ। ਜਦੋਂ ਅਰਦਾਸ ਵੀ ਕਰਦੇ ਉਹਦੇ 'ਚ ਵੀ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਬਿਲਕੁਲ ਸਹੀ ਗੱਲ ਹੈ ਜੀ। ਔਰ ਉਹਦੇ 'ਤੇ ਖਰੀ ਵੀ ਉਤਰ ਰਹੀ ਹੈ। ਹਾਂਜੀ ਕਿਤੇ ਵੀ ਲੋੜ ਪੈਂਦੀ ਹੈ। ਬਿਲਕੁਲ। ਔਰ ਮੈਂ ਚਾਹੁੰਦਾ ਜਿਵੇਂ ਜਸ ਬਾਈ ਹਰੇ ਆਪਦਾ ਨਾਮ ਬਣਾਇਆ, ਇਹਨਾਂ ਨੇ ਹੋਰ ਵੀ ਜਿਹੜੀ ਕਮਿਊਨਿਟੀ ਚੰਗੇ ਬੰਦੇ ਹੈ ਉਹ ਇਹਦੇ 'ਚ ਹੋਰ ਵੀ ਅੱਗੇ ਆਉਣ, ਅਤੇ ਅਸੀਂ ਵੀ ਸਾਥ ਦੇਵਾਂਗੇ, ਅਤੇ ਤੁਸੀਂ ਵੀ ਇੱਕ ਜ਼ਰੀਆ ਬਣਦੇ ਹੋ ਜਿਹਦੇ ਨਾਲ ਪਤਾ ਲੱਗਦਾ ਲੋਕਾਂ ਨੂੰ ਵੀ ਆਲਵੇਜ਼ ਦੇਅਰ। ਅਖੀਰ ਦੇ ਵਿੱਚ ਅਜੀਤਪਾਲ ਜੀ, ਤੁਸੀਂ ਅੱਜ ਇੱਥੇ ਆਏ ਆ ਸਪੈਸ਼ਲ ਤੌਰ 'ਤੇ, ਵੀ ਤੁਸੀਂ ਜਿਹੜੇ ਆ ਡੋਨਰ ਅੱਜ ਆਏ ਉਹਨਾਂ ਦੇ ਧੰਨਵਾਦ ਦੇ ਲਈ ਜਾਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਯਾ ਆਈ ਐਮ ਸੋ ਥੈਂਕਫੁਲ ਟੂ ਯੂ, ਜਿਹੜੇ ਸਾਰੇ ਬੰਦੇ ਇੱਥੇ ਹਾਜ਼ਰ ਹੋਏ ਨੇ। ਜਿਹੜਾ ਜਸ ਸਰਾਂ ਦਾ ਟਾਰਗੇਟ ਸੀਗਾ 4 ਘੰਟੇ ਦਾ ਈਵੈਂਟ ਸੀ, ਉਹ ਤਾਂ ਮੈਨੂੰ ਲੱਗਦਾ ਪਹਿਲੇ ਆਵਰ ਐਂਡ ਹਾਫ 'ਚ ਅੱਧੇ ਕੁ ਘੰਟੇ ਦੇ ਵਿੱਚ ਹਾਂਜੀ ਉਹ ਹੋ ਗਿਆ ਸੀ। ਮੈਨੂੰ ਦੱਸ ਕੇ ਗਏ ਹਾਂਜੀ, ਉਹ ਕਾਫੀ ਉੱਪਰ ਚਲਾ ਗਿਆ, ਹਜੇ ਵੀ ਵਧੀ ਜਾ ਰਿਹਾ। ਹੁਣ ਤਾਂ ਰੈਪ ਅਪ ਹੋ ਰਿਹਾ, ਪਰ ਓਨਲੀ 4 ਆਵਰਸ ਆਫ ਈਵੈਂਟ ਤੇ ਇਹ ਕੰਟਰੀਬਿਊਸ਼ਨ ਔਰ ਇੱਕ ਛੋਟੇ ਟਾਊਨ ਦੇ ਸਿਟੀ ਦੇ ਵਿੱਚੋਂ ਵਿਨੀਪੈਗ 'ਚੋਂ ਵਧੀਆ ਗੱਲ ਹੈ, ਵਧੀਆ। ਔਰ ਹੋਰ ਵੀ ਵੱਧ ਚੜ੍ਹ ਕੇ ਇਹੋ ਜਿਹੇ ਈਵੈਂਟ ਹੋਣੇ ਚਾਹੀਦੇ। ਹਾਂਜੀ, ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਅਜੀਤਪਾਲ ਜੀ, ਤੁਸੀਂ ਇੱਥੇ ਆਏ ਆ ਅਤੇ ਆਪਣੇ ਤੁਸੀਂ ਵਿਚਾਰ ਦੱਸੇ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵੈਰੀ ਵੈਲਕਮ ਔਨ ਦਾ ਅਜੀਤ WebTV ਸਟੈਫ ਨਾਓ। Hi, Stefano Grande, Children's Hospital Foundation of Manitoba. Thank you so much for having me here today. Stefano, you came here for the fundraising for the Children's Hospital. So can you tell our listener how your foundation works? So what the fund you raised here, so how you guys use that fund for the children? Well, the foundation is here to be that conduit between people that give in our community and the hospital and the research for kids in our province. So wonderful people like Jazz and a highway motor freight. Today we're raising well over $30,000 to invest in equipment and technology for our hospital and research, really helping innovate in those key particular areas. Specifically, the dollars raised today are going to go towards
our research institute, the Children's Research Institute of Manitoba. 2 floors of state-of-the-art research technology. It's in the Winipeg or in the University of Manitoba? Right next to the Children's Hospital in the Buehler Center at the University of Manitoba downtown. 250 researchers all finding cures for the diseases that are affecting our kids in our province and around Canada. And it's because of the generosity of people like Jazz and the owners here today that can keep the lights on in that facility and work hard to find those cures. And some of the dollars today are also going to be used towards our Child Life program. Okay. So our hospital has 140 beds for kids who need help, who need the medical and hospital services. And some kids are there for a day or two, and some kids are there for weeks. And so the Child Life program provides programs to lift the spirits, improve the mental health of kids while they're there. That's the main thing actually in these days, especially in the pandemics. Lots of kids and even the adult going through the mentally health problems, right? Yeah, if you have a child in the hospital right now, only one parent can be there. Okay. And so can you imagine a child not being able to see their parents, aunts, cousins, friends? And so we have special programs like music therapy programs and clown programs and television programs, and there's a games room, there's a library. It's a center for kids' spirit to be lifted while they're in the hospital, and programs are fun. Programs like that are funded by donors, 100% funded by donors. Those programs. It's any government aid. This foundation, some government provides some aid, or Manitoba government or federal government give you guys any kind of funds to? Yeah, we collaborate with government on certain projects, but for the most part, the funds that we raise are really to innovate special equipment, things that the hospital, that the government just can't do alone. We just opened up a brand new heart center, a cardiac center for kids. If your child has a heart issue, we had a facility that was over 40, 50 years old. Just bad technology, bad equipment, and so we work with government. We raised together $3.5 million, and just very quietly a few months ago we opened up a new state-of-the-art cardiac center for kids in the hospital, and so could not have been done without the generous donors of our community. Our kids deserve the best, and it's wonderful to see people like Jazz and the owners here really step up and help. So my question is here, this foundation works only in the Manitoba, federally or globally you guys do work? If children need any assistant, diagnostic assistant, treatment, so you guys help those children who is globally or Canada or federally? Yeah, good question. On the hospital side, our hospital serves every child in Manitoba. We also serve children in Northwest Ontario and as far north as Inuvik. We are a tertiary hospital. We are the hospital for kids when it comes to serious issues, right? On the research side, our researchers and doctors connect with researchers and doctors around the world to find cures around diabetes or asthma and other critical diseases that not only our kids in our province face, but kids around the world. So great collaboration which occurs with our researchers. And somehow, I saw lots of time in our community, the people most of come here as an immigrant or as a work permit or as a student. So some people, they bring their kids with them. So if those kids need any kind of diagnostics or treatment, so you guys still help them, those guys, because they don't have any permanent resident status here? Yeah, well, absolutely. Canadians that are welcomed here through our immigration process, have the access to the social programs that Canadians enjoy, and we're also thankful that any child, no matter what age, what income, what color, this is Canada. We have great social programs. Yeah, you're right. There's only one race, the human race. So if some special kids, they need to move from, the treatment is not properly done here, so if we need to move other provinces or globally, need to send the children for the treatment, so you guys help them to cover those expenses or not? Well, our government does. Provincially and federally, there's programs and collaborations interprovincially, for sure, absolutely. There's certain things that we can't do in our province, and unfortunately, we do have to send kids to places like sick kids in Toronto or in Calgary or Edmonton, where there's bigger populations, and so there's greater demand and greater needs in those communities. But one of the
beautiful things about our hospital is, and working with our foundation, is when that need gets to a certain point that it makes sense to build that laboratory here in our hospital, we work together, and we just, unbelievably, over the last year we've fundraised well over $6 million to build a brand new catheterization lab and a brand new fluoroscopy lab for kids right here in our province. The catheterization lab didn't exist in our province. 30 to 40 kids a year were going to other provinces, and now it's happening here. So we got to a point where the need was big enough for us to justify creating our own catheterization lab right here in our province in the Health Science Center, with the provincial government helping us, and of course our donors. Without the donors, that would not have happened. So as earlier we talked inside, so you guys are growing now, so you are doing in the northern Ontario, and you told me you're doing in the Nunavut too. That's actually a good thing. So if you want to tell us how big your foundation is, how many people works in your foundation? Well, our foundation is actually really small. We're a nimble organization of about 20 people, and we raise about $14 million a year. Wow, that's a big achievement. Yeah, I have great staff. Doing a great job. And one of the wonderful things about our community, like what we're seeing here today, just in a matter of hours raised $30,000 to help the kids and help our research institute. So it's through the generosity of people that allow us to do the work that we do to help our hospital, the doctors and the nurses who deserve the best equipment. Exactly, yeah. They deserve the best equipment. Right? Yeah. So at the end, you want to say to your donors who comes here to donate the money, raise the money, help you guys. So you want to say a few words to them at the end? Well, we're just so grateful. We're so thankful and humble for people's generosity, especially now. It's tough. Exactly. Yeah, a lot of people are unemployed. A lot of people don't know what the future looks like because of COVID, but the generosity just still continues, and speaks volumes about our people in our province. So how much fund roughly you raise today's fundraising? Well, I think it's going up $100 every time I ask Jazz. I think we're over $32,000 already today. I think you have a target of about 25,000. Yeah, we already surpassed the target, and again, that's a great thing. Again, just shows you the generosity of people working together and how connected. We're a small community, but we work really hard to get things done. That's true. Yeah. So very thank you to come to speak on the Ajit WebTV. So we are really very thank you and your foundation. You are doing great job. I wish you could do it for a long time. Thank you so much. Thank you so much. ਅੱਛਾ ਭਾਈ, ਅੱਜ ਜਿਹੜਾ ਇਹ ਫੰਡ ਰੇਜ਼ ਤੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਆ, ਕੀ ਕਹਿਣਾ ਚਾਹੋਗੇ ਜਿੱਦਾਂ ਆਪਣੇ ਕਮਿਊਨਿਟੀ ਦੇ ਵਿੱਚ ਜਸ ਬਾਈ ਹੁਣੀ, ਰਵੀ ਬਾਈ ਹੁਣੀ ਸਾਰੇ ਇਹ ਬੜਾ ਵੱਧ ਚੜ੍ਹ ਕੇ ਸਹਿਯੋਗ ਦਿੰਦੇ ਆ ਇਹ ਚਿਲਡਰਨ ਹਸਪੀਟਲ ਵਾਸਤੇ, ਜਿਨ੍ਹਾਂ ਨੇ ਫੰਡ ਰੇਜ਼ ਰੱਖਿਆ ਸੀਗਾ, ਕੀ ਕਹਿਣਾ ਚਾਹੋਗੇ ਤੁਸੀਂ? ਸੋ ਵੀਰੇ, ਅਕਸਰ ਅਸੀਂ ਨਾ ਚਾਹੇ ਚੈਰਿਟੀ ਨੂੰ ਲੈ ਕੇ ਹੁਣ ਚਾਹੇ ਆਪਣੀ ਕਮਿਊਨਿਟੀ ਲਾ ਲਓ, ਜਿਵੇਂ ਵੀ ਲਾ ਲਓ, ਸੋ ਇਹ ਜਿਹੜੇ ਆਪਣੇ ਭਰਾ ਨੇ ਰਵੀ ਵੀਰਾ, ਜਸ, ਹਾਰਡੀ ਗਿੱਲ, ਸਾਰੇ ਭਰਾ, ਅਕਸਰ ਅਸੀਂ ਚਾਹੇ ਲਾਸਟ ਟਾਈਮ ਅਸੀਂ ਮਤਲਬ ਜਦੋਂ ਕੈਂਸਰ ਦੇ ਫਾਊਂਡੇਸ਼ਨ ਦੇ ਲਈ ਕੀਤਾ ਸੀਗਾ, ਅਤੇ ਹੁਣ ਇਹ ਚਿਲਡਰਨ ਹਸਪੀਟਲ ਜਿਹੜਾ ਆਪਣਾ ਹੈਗਾ ਹੁਣ ਉਹਦੇ ਲਈ ਹੈਗਾ, ਅਤੇ ਹਰ ਸਾਲ ਜਦੋਂ ਵੀ ਸਾਨੂੰ ਮਤਲਬ ਮੌਕਾ ਮਿਲਦਾ ਅਤੇ ਅਸੀਂ ਇੱਦਾਂ ਦੇ ਮਤਲਬ ਫੰਡ ਰੇਜ਼ ਕਰਦੇ ਰਹਿੰਦੇ ਹਾਂ, ਅਤੇ ਮਤਲਬ ਜਿੰਨੀ ਕੁ ਸਾਡੇ ਭਰਾਵਾਂ ਵੱਲੋਂ ਸਾਡੇ ਸਾਤੋਂ ਅਸੀਂ ਹੈਲਪ ਕਰ ਸਕਦੇ ਹਾਂ। ਇੱਕ ਵਧੀਆ ਸੁਨੇਹਾ ਕਮਿਊਨਿਟੀ ਵੱਲੋਂ ਜਾਂਦਾ ਹੈਗਾ ਕਿ ਜੇ ਤੁਹਾਨੂੰ ਤੁਸੀਂ ਇੱਥੇ ਕੈਨੇਡਾ ਨੇ ਇੰਨਾ ਕੁਛ ਦਿੱਤਾ ਅਤੇ ਤੁਸੀਂ ਪੇ ਬੈਕ ਕਰਦੇ ਆ। ਬਿਲਕੁਲ ਵੀਰੇ, ਸੋ ਮੈਂ ਇੱਕ ਗੱਲ ਬੜੇ ਫਖਰ ਨਾਲ ਕਹਿਣਾ ਹੁੰਦਾ ਕਿ ਆਪਣੀ ਜਿਹੜੀ ਕੌਮ ਹੈ ਨਾ, ਸੋ ਜਿਵੇਂ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ ਨਾ, ਸੋ ਹਰ ਕੋਈ ਕਹਿੰਦਾ, ਮੈਂ ਅਕਸਰ ਜੇ ਕਿਤੇ ਗੋਰਿਆਂ ਨਾਲ ਵੀ ਗੱਲ ਹੁੰਦੀ ਹੈ ਜੇ ਆਪਾਂ ਮਿਲਦੇ ਹਾਂ, ਬਿਕੋਜ਼ ਪ੍ਰਾਊਡਲੀ ਕਹਿੰਦਾ ਹੁੰਦਾ ਵੀ ਆਰ ਦਾ ਗਿਵਰਸ। ਸੋ ਉਹ ਮੈਨੂੰ ਅਕਸਰ ਪੁੱਛਦੇ ਆ, ਮੇਰਾ ਈਵਨ ਜਿਮ ਦਾ ਕੋਚ ਵੀ ਆ, ਉਹ ਕਹਿੰਦਾ ਵੀ ਮੈਂ ਅਕਸਰ ਦੇਖਦਾ ਤੁਸੀਂ ਵੀ ਯੂ ਗਾਇਜ਼, ਕਹਿੰਦਾ ਵੀ ਕਿਤੇ ਵੀ ਤੁਸੀਂ ਮਤਲਬ ਖਾਣ ਨੂੰ ਤੁਸੀਂ ਫ੍ਰੀ ਦਿੰਦੇ ਹੋ, ਮੀਲਸ ਦਿੰਦੇ ਹੋ, ਕਹਿੰਦਾ ਸਾਡੀ ਪ੍ਰੋਵਾਈਡ ਕਰਦੇ ਹੋ, ਕਹਿੰਦਾ ਲੋਕ ਖਾਂਦੇ ਆ। ਸੋ ਅਤੇ ਬੜੇ ਪ੍ਰਾਊਡ ਨਾਲ ਕਹੀਦਾ ਕਿ ਵੀ ਆਰ ਦਾ ਗਿਵਰਸ। ਅਤੇ ਬਾਕੀ ਪਰਮਾਤਮਾ ਕਰਕੇ ਵੀਰੇ ਭਰਾਵਾਂ ਨਾਲ ਹੈ ਨਾ, ਅਤੇ ਬਾਕੀ ਤੁਹਾਡੀ ਸੋਚ ਆ ਆਪਣੀ ਕਿ ਤੁਸੀਂ ਸੋਚ ਕਿੱਦਾਂ ਦੀ ਰੱਖਦੇ ਹੋ, ਰਾਈਟ। ਸੋ ਵੀ ਤਿਲਫੁਲ ਜਿੰਨਾ ਬਣ ਸਕਦਾ, ਸੋ ਹਮੇਸ਼ਾ ਕੋਸ਼ਿਸ਼ ਇਹੀ ਕਰੀਦੀ ਹੈ ਕਿ ਜਿੰਨਾ ਆਪਦੇ ਵੱਲੋਂ ਆਪਦਾ ਹਿੱਸਾ ਪਾ ਸਕੀਏ ਅਤੇ ਚੰਗੇ ਕੌਜ਼ ਲਈ, ਹੈ ਨਾ ਜੀ। ਅਤੇ ਬਸ ਇਹੀ, ਕਿਉਂਕਿ 25,000 ਦਾ ਟਾਰਗੇਟ ਰੱਖਿਆ ਅੱਜ ਤਾਂ ਮੇਰੇ ਖਿਆਲ ਨਾਲ, ਅਤੇ ਉਦੋਂ ਵੀ ਕਾਫੀ ਟੱਪ ਗਿਆ ਉਹ ਪਹਿਲਾਂ ਥੋੜ੍ਹੇ ਮਿੰਟਾਂ ਦੇ ਵਿੱਚ ਹੀ। ਹਾਂਜੀ 25 ਦਾ ਰੱਖਿਆ ਸੀ ਵੀਰੇ, ਸੋ 32 ਤੋਂ ਵੀ ਉੱਪਰ ਚਲਿਆ ਗਿਆ, ਅਤੇ ਬਸ ਇਹੀ ਆ ਹਾਂਜੀ ਕਿ ਚਲੋ ਇੱਕ ਟਾਰਗੇਟ ਨਾਲੋਂ ਜਦੋਂ ਚੀਜ਼ ਉੱਪਰ ਚਲੀ ਜਾਂਦੀ ਹੈ, ਉਦੋਂ ਫਿਰ ਆਪਾਂ ਨੂੰ ਹੁੰਦੇ ਆ ਕਿ ਯਾਰ ਸੋਚਿਆ ਕੁਛ ਸੀ ਅਤੇ ਉਦੋਂ ਵੀ ਵੱਧ ਕੇ ਹੋਇਆ। ਸੋ ਇਹ ਸਾਰਾ ਭਰਾਵਾਂ ਦੀ ਸਪੋਰਟ ਨਾਲ ਅਤੇ ਲੋਕਾਂ ਦੇ ਪਿਆਰ ਨਾਲ। ਅਖੀਰ ਦੇ ਵਿੱਚ ਜਿਹੜੇ ਡੋਨਰ ਆਏ ਆ ਜਾਂ ਕੁਛ ਸੁਨੇਹਾ ਦੇਣਾ ਚਾਹੋਗੇ?
ਬਸ ਵੀਰੇ ਸੁਨੇਹਾ ਇਹੀ ਹੈ ਕਿ ਅਸੀਂ ਤਾਂ ਆਪਣਾ ਫਰਜ਼ ਨਿਭਾ ਦਿੰਦੇ ਹਾਂ, ਹੈ ਨਾ। ਬਾਕੀ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਜਿਸ ਕੌਜ਼ ਲਈ ਆਪਾਂ ਇਹ ਦੇ ਰਹੇ ਹਾਂ, ਹੈ ਨਾ, ਪਹਿਲਾਂ ਜਿੱਦਾਂ ਕੈਂਸਰ ਦੇ ਲਈ ਦਿੱਤਾ ਸੀ, ਸੋ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਇਹ ਪੈਸਾ ਜਿੱਥੇ ਵੀ ਲਾਵੇ, ਜਿਹੜੇ ਬੱਚੇ ਦੇ ਟ੍ਰੀਟਮੈਂਟ 'ਤੇ ਲੱਗੇ, ਪ੍ਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ, ਹੈ ਨਾ, ਉਹਨੂੰ ਲੰਮੀ ਉਮਰ ਦੇਵੇ ਤੇ ਚੜ੍ਹਦੀ ਕਲਾ 'ਚ ਰੱਖੇ। ਹਰਸ਼ ਭਾਈ, ਜਿੱਦਾਂ ਦੇ ਆਪਣੀ ਕਮਿਊਨਿਟੀ ਦੇ ਵਿੱਚ, ਆਪਣੇ ਸਿੱਖੀਜ਼ਮ ਦੇ ਵਿੱਚ, ਧਰਮ ਦੇ ਵਿੱਚ ਵੀ ਸਰਬੱਤ ਦੇ ਭਲੇ ਦੀ ਹਮੇਸ਼ਾ ਅਰਦਾਸ ਕੀਤੀ ਜਾਂਦੀ ਹੈ। ਬਿਲਕੁਲ ਵੀਰੇ। ਤੇ ਕਿਵੇਂ ਦੇਖਦੇ ਹੋ ਵੀ ਜਦੋਂ ਇਦਾਂ ਦੇ ਫੰਡ ਰੇਜ਼ ਜਿਹਨਾਂ ਨੂੰ ਕੀਤੇ ਜਾਂਦੇ ਆਪਣੀ ਕਮਿਊਨਿਟੀ ਵੱਲੋਂ? ਫੰਡ ਰੇਜ਼ ਵੀਰੇ ਬੜਾ ਫਖਰ ਹੁੰਦਾ, ਬੜਾ ਪ੍ਰਾਊਡ ਹੁੰਦਾ। ਸੋ ਜੋ ਵੀ ਹੁੰਦਾ ਰਲ ਮਿਲ ਕੇ ਭਰਾਵਾਂ ਨਾਲ ਹੁੰਦਾ। ਬਿਲਕੁਲ। ਰਵੀ ਚਾਲ ਵੀਰਾ, ਹਾਰਡੀ ਗਿੱਲ, ਆਪਣਾ ਜਸਟ ਢਿੱਲੋਂ, ਅਨੂਪ ਵੀਰਾ, ਗੁਰਪ੍ਰੀਤ ਬਾਈ, ਤੇ ਇਹ ਹਾਈਵੇ ਮੋਟਰ ਤੋਂ, ਹੈ ਨਾ, ਤੇ ਸਾਰੇ ਬਸ ਭਰਾਵਾਂ ਨਾਲ ਹੀ ਰਲ ਮਿਲ ਕੇ ਹੀ ਹੁੰਦਾ ਜੋ ਵੀ ਹੁੰਦਾ, ਹੈ ਨਾ। ਸੋ ਬੜਾ ਫਖਰ ਹੁੰਦਾ, ਪ੍ਰਾਊਡ ਹੁੰਦਾ ਕਿ ਕਿਸੇ ਚਲੋ ਤਿਲ ਫੁੱਲ ਜੋ ਆਪਣਾ ਬਣਦਾ, ਸੋ ਆਪਾਂ ਬਣਦਾ ਹਿੱਸਾ ਪਾ ਲਈਏ। ਮੈਂ ਅਕਸਰ ਦੇਖਿਆ ਵੀ ਰਾਹੇ ਬਗੈਰ ਤੁਸੀਂ ਵੀ ਪਾਰਟ ਹਿੱਸਾ ਬਣਦੇ ਰਹਿੰਦੇ ਆ ਜਦੋਂ ਵੀ ਕੋਈ ਕਮਿਊਨਿਟੀ ਦਾ ਕੰਮ ਹੁੰਦਾ, ਖਾਸ ਕਰਕੇ ਉੱਥੇ ਹੁਣ ਵਿਨੀਪੈਗ ਦੇ ਰਹਿਣ ਦੇ ਨਾਤੇ ਮੈਂ ਦੇਖਦਾ ਰਹਿੰਦਾ ਵੀ ਤੁਹਾਡੀ ਸੋਸ਼ਲ ਮੀਡੀਆ ਤੇ ਵੀ ਐਕਟੀਵਿਟੀਜ਼ ਦੇਖਦਾ ਰਹਿੰਦਾ ਵੀ ਕੋਈ ਇੱਦਾਂ ਦੀ ਕਾਜ਼ ਹੋਵੇ ਤੁਸੀਂ ਹਮੇਸ਼ਾ ਪਹੁੰਚਦੇ ਆ। ਬਿਲਕੁਲ ਵੀ ਮਤਲਬ ਆਪਣਾ ਇੱਕ ਹਿੱਸਾ ਬਣਦੇ ਆ ਉਸ ਚੀਜ਼ ਦਾ। ਬਿਲਕੁਲ। ਸੋ ਵੀਰੇ ਮੈਂ ਤਾਂ ਹੁਣ ਮਤਲਬ ਜਿੰਨਾ ਸੋ ਹੁੰਦਾ ਤਾਂ ਭਰਾਵਾਂ ਨਾਲ ਹੀ ਹੈ, ਕਿਉਂਕਿ ਇਹ ਜਿੱਥੇ ਨੇ ਇਹ ਮੇਰਾ ਪਰਿਵਾਰ ਨੇ। ਸੋ ਇਹ ਜਿੱਥੇ ਮੈਨੂੰ ਅਸੀਂ ਰਲ ਮਿਲ ਕੇ ਜਿੱਥੇ ਮੈਨੂੰ ਖੜਾ ਕਰਦੇ ਆ, ਤਾਂ ਆਪਾਂ ਉੱਥੇ ਹੀ ਇਹਨਾਂ ਦੇ ਨਾਲ ਹਮੇਸ਼ਾ ਖੜੇ ਆ ਤੇ ਹਮੇਸ਼ਾ ਖੜੇ ਰਹਾਂਗੇ, ਹੈ ਨਾ ਜੀ। ਤੇ ਬਾਕੀ ਹੁਣ ਜਿੱਦਾਂ ਹੁਣ ਆਪਾਂ ਚਾਹੇ ਕਿਸਾਨੀ ਸੰਘਰਸ਼ ਚੱਲ ਰਿਹਾ ਉੱਥੇ, ਹੈ ਨਾ, ਸੋ ਜੇ ਆਪਾਂ ਉਹਦੀ ਗੱਲ ਕਰੀਏ, ਸੋ ਮੇਰਾ ਹੁਣ ਚਾਹੇ ਸੋਸ਼ਲ ਮੀਡੀਆ ਜਿੰਨਾ ਵੀ ਹੈ, ਮੇਰੇ ਤਾਂ ਬਹੁਤ ਸਾਰੀਆਂ ਵੀਡੀਓ ਤੋਂ ਮਤਲਬ ਉਹ ਡਿਲੀਟ ਕਰਵਾਉਂਦੇ ਆ। ਸੋ ਮੈਂ ਮੈਂ ਜਦੋਂ ਦਾ ਸ਼ੁਰੂ ਹੋਇਆ, ਸੋ ਮੇਰੇ ਪੋਸਟ ਸ਼ਾਇਦ ਤੁਸੀਂ ਨਹੀਂ ਦੇਖੋਗੇ। ਸੋ ਮੈਂ ਜਿੰਨਾ ਵੀਰੇ ਆਪਣਾ ਬਣਦਾ ਕਿ ਐਟਲੀਸਟ ਚਲੋ ਉੱਥੇ ਵਿੱਚ ਨਹੀਂ ਜਾ ਕੇ, ਸੋ ਆਪਾਂ ਜੇ ਆਪਣੇ ਸੋਸ਼ਲ ਮੀਡੀਆ ਰਾਹੀਂ ਜਿੰਨਾ ਕੁ ਆਪਾਂ ਫਰਜ਼ ਨਿਭਾ ਸਕਦੇ ਹਾਂ, ਸੋ ਮੈਂ ਵੀਰੇ ਨਿਭਾ ਰਿਹਾ, ਦਿਲੋਂ ਨਿਭਾ ਰਿਹਾ। ਕੋਈ ਦਿਖਾਵਾ ਨਹੀਂ, ਕੋਈ ਸ਼ੋਸ਼ਾ ਨਹੀਂ। ਮੈਨੂੰ ਤਾਂ ਅਕਸਰ ਭਰਾ ਕਹਿੰਦੇ ਹੁੰਦੇ ਤੂੰ ਯਾਰ ਐ ਨਹੀਂ, ਤੂੰ ਉਹ ਨਹੀਂ। ਮੈਂ ਕਿਹਾ ਵੀ ਜਿੰਨਾ ਕੁ ਆਪਾਂ, ਹੈ ਨਾ, ਤਾਂ ਮੈਨੂੰ ਇੰਨਾ ਹੀ ਆ ਕਿ ਯਾਰ ਸਟੇ ਲੋ ਕੀ ਤੇ ਪ੍ਰਮਾਤਮਾ ਦੇ, ਹੈ ਨਾ, ਜੋ ਵਾਹਿਗੁਰੂ ਦੇ। ਤੁਸੀਂ ਹੁਣ ਇਹ ਗੱਲ ਕਿਸਾਨੀ ਤੇ ਛੇੜੀ ਆ, ਮੈਂ ਚਲੋ ਮੁੱਦਾ ਹੁਣ ਜੇ ਤੁਸੀਂ ਛੋਇਆ ਗਿਆ, ਮੈਂ ਗੱਲ ਕਰੂੰਗਾ ਜਿਹੜੀ ਲਖੀਮਪੁਰ ਦੀ ਹੁਣ ਘਟਨਾ ਹੋਈ, ਬੜੀ ਮੰਦਭਾਗੀ ਘਟਨਾ ਹੈ, ਹੈ ਨਾ। ਵੀ ਮਤਲਬ ਵੀ ਇੱਕ ਫੇਲੀਅਰ ਕਹਿ ਲਓ ਗੌਰਮੈਂਟ ਦਾ, ਵੀ ਜਾਂ ਇਸ ਰੌਂ ਦੇ ਵਿੱਚ ਉਤਰ ਆਈ ਆ ਵੀ ਲੋਕਾਂ ਨਾਲ ਧੱਕਾ ਹੀ ਕਰਨ ਲੱਗੀ। ਕੀ ਕਹਿਣਾ ਚਾਹੋਗੇ ਇਸ ਪੱਟਰ ਬਾਰੇ? ਬਿਲਕੁਲ ਵੀਰੇ, ਇਹ ਜਿਹੜੀ ਬੀਜੇਪੀ ਦੀ ਸਟ੍ਰੈਟਜੀ ਹੈ ਨਾ ਵੀਰੇ, RSS ਦੀ, ਸੋ ਵੀ ਜਿੱਦਾਂ ਉਹ ਚੱਲੇ ਹੋਏ ਨੇ ਕਿ ਹਾਂ ਹਿੰਦੂਤਵ ਨੂੰ ਲੈ ਕੇ ਜੀ, ਇੱਕ ਝੰਡਾ, ਇੱਕੋ ਧਰਮ, ਹੈ ਨਾ। ਸੋ ਉਹ ਵੀਰੇ ਆਪਣਾ ਬਹੁਤ ਧਰਮੀ ਮੁਲਕ ਹੈ। ਸੋ ਇਹ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਨੇ, ਉਹ ਹੋਣੀਆਂ ਤਾਂ ਬਹੁਤ ਮੁਸ਼ਕਿਲ ਨੇ। ਸੋ ਪਰ ਦੁੱਖ ਹੁੰਦਾ ਜਦੋਂ ਨਿਹੱਥੇ ਬੈਠੇ ਪ੍ਰੋਟੈਸਟ ਕਰਨ ਆਏ ਕਿਸਾਨਾਂ ਦੇ ਉੱਪਰ, ਹੈ ਨਾ, ਤੇ ਖਾਸ ਉਹ ਮੰਤਰੀ ਦਾ ਮੁੰਡਾ ਤੇ ਉਹ ਸੀਗਾ ਵੀ ਵਿੱਚ, ਤੇ ਉਹ ਖਾਸ ਮਤਲਬ ਸ਼ਰੇਆਮ ਹੀ ਮੁੱਕਰ ਗਏ। ਸੋ ਵੀਰੇ ਧੱਕਾ ਚੱਲ ਰਿਹਾ, ਚਲੋ ਇਹ ਬਹੁਤਾ ਦੇਰ ਤਾਂ ਚੱਲੂਗਾ ਨਹੀਂ, ਹੈ ਨਾ। ਸੋ ਕਹਿੰਦਾ ਮਤਲਬ ਕਰਪਟ ਸਰਕਾਰਾਂ ਨੇ ਵੀਰੇ, ਕਰਪਟ ਮੰਤਰੀ ਨੇ, ਚਾਹੇ ਪੰਜਾਬ ਦੀਆਂ ਲਾ ਲਓ ਚਾਹੇ ਹਰਿਆਣੇ ਦੇ, ਆਲ ਓਵਰ ਇੰਡੀਆ ਬਹੁਤ ਘੱਟ ਨੇ ਜਿਹੜੇ ਮਤਲਬ ਤੁਸੀਂ ਪੋਲੀਟੀਸ਼ੀਅਨਸ ਨੂੰ ਕਹਿੰਦੋਗੇ ਵੀ ਇਮਾਨਦਾਰ ਨੇ ਜਾਂ ਦੇਸ਼ ਲਈ ਚੰਗਾ ਕੰਮ ਕਰ ਰਹੇ ਨੇ। ਲੁੱਟ ਰਹੇ ਨੇ, ਪੰਜਾਬ ਨੂੰ ਲੁੱਟ ਰਹੇ ਨੇ ਤੇ ਪੂਰੀ ਕੰਟਰੀ ਨੂੰ ਲੁੱਟਣ ਲੱਗੇ ਹੋਏ ਨੇ। ਸੋ ਪਰ ਵਿੱਚ ਵੀਰੇ ਦੁੱਖ ਇਹ ਹੁੰਦਾ ਵਿੱਚ ਆਪਣੇ ਵੀ ਰਲੇ ਹੋਏ ਨੇ, ਆਪਣੇ। ਕਿਉਂਕਿ ਬੇਸਿਕਲੀ ਮੈਂ ਸੋਚਦਾ, ਜਿੱਥੋਂ ਤੱਕ ਸੋਚਦਾ ਨਾ, ਫਰਜ਼ ਤਾਂ ਵੋਟਰ ਦਾ ਹੀ ਆ। ਜਦੋਂ ਵੋਟ ਪਾਉਣ ਵੇਲੇ ਉਦੋਂ ਫਿਰ ਕਿਉਂ ਇੱਦਾਂ ਸੋਚ ਲੈਂਦੇ ਵੀ ਇਹ ਸਾਡੇ ਧਰਮ ਦੇ ਖਾਤਰ ਲੜ ਰਿਹਾ ਜਾਂ ਇਹਦੇ ਖਾਤਰ ਲੜ ਰਿਹਾ? ਕਿਉਂ ਨਹੀਂ ਤੁਸੀਂ ਇਨਸਾਨ ਨੂੰ ਦੇਖਦੇ? ਨਹੀਂ ਵੀਰੇ, ਪਤਾ ਕੀ ਗੱਲ, ਆਪਣੇ ਲੋਕ ਵਿਚਾਰੇ ਭੋਲੇ ਭਾਲੇ ਨੇ। ਤੁਸੀਂ ਅਕਸਰ ਦੇਖਿਓ ਜੇ ਪਿੰਡ 'ਚ ਵੀ ਕੋਈ ਗੱਲ ਹੋ ਜਾਂਦੀ ਹੈ ਨਾ, 2 ਹਫ਼ਤੇ ਬਾਅਦ, ਮਹੀਨੇ ਬਾਅਦ ਬੰਦਾ ਭੁੱਲ ਗਿਆ, ਹੈ ਨਾ, ਫਿਰ ਨੇੜੇ ਲੱਗ ਜਾਂਦਾ। ਸੋ ਇਹਨਾਂ ਦਾ ਵੀਰੇ ਇਹ ਲੋਕਾਂ ਨੂੰ ਉਸ ਦੀ ਇਹਨਾਂ ਨੂੰ ਪਤਾ ਸਟ੍ਰੈਟਜੀ ਕੀ ਆ। ਡਿਵਾਈਡ ਐਂਡ ਰੂਲ ਧਰਮ ਦੇ ਨਾਂ 'ਤੇ ਚੱਲਦੀ ਆ, ਤੇ ਆਪਣੇ ਪਿੰਡਾਂ ਜਾਤ ਪਾਤ ਦੇ ਨਾਂ 'ਤੇ ਚੱਲਦੀ ਆ। ਹੁਣ ਆਪਣੇ ਚਾਹੇ ਕਾਲੀਆਂ ਲੈ ਲਓ, ਪਹਿਲਾਂ BJP ਨੂੰ ਇਹੀ ਲੈ ਕੇ ਆਏ ਸੀ, ਤੇ ਹੁਣ ਇਹ BSP ਨੂੰ ਲੈ ਆਏ। ਇਹਨਾਂ ਨੂੰ ਕੋਈ ਨਾ ਕੋਈ ਮਤਲਬ ਇਹ ਪੋਲੀਟਿਕਸ ਆ ਵੀਰੇ। ਆਪਣੇ ਲੋਕ ਇਹਨਾਂ ਨੂੰ ਆਇਆ ਵੀ ਹੁਣ ਕਰਨੀ, ਹੁਣ ਮਤਲਬ ਆਪਣੇ ਜਿੱਦਾਂ SCBC ਵਿਚਾਰੇ ਭਰਾ ਨੇ ਆਪਣੇ, ਹੈ ਨਾ, ਜਿਹੜੇ ਕਾਜ, ਉਹਨਾਂ ਨੂੰ ਇਹ ਲੱਗੂਗਾ ਕਿ ਨਹੀਂ ਹੁਣ ਸਾਡਾ ਮਤਲਬ ਜ਼ਿਆਦਾ ਉਹ ਹੋਊਗਾ, ਹੈ ਨਾ। ਪਰ ਪਰਮਾਤਮਾ ਹੀ ਜਾਣਦਾ ਕੀ ਹੋਊਗਾ। ਹਾਂ ਵੀਰੇ, ਆਉਣ ਵਾਲਾ ਸਮਾਂ ਮਤਲਬ ਮੈਂ ਤਾਂ ਕਹਿੰਦਾ ਕਿ ਲੋਕਾਂ ਨੂੰ ਜਾਗਣਾ ਚਾਹੀਦਾ, ਜਾਗਰੂਕ ਹੋਣਾ ਚਾਹੀਦਾ। ਹੁਣ ਤਾਂ ਆਪਣੇ ਕੋਲ ਸੋਸ਼ਲ ਮੀਡੀਆ ਵੀ ਹੈਗਾ, ਪਰ ਸੋਸ਼ਲ ਮੀਡੀਆ ਵੀ ਇੰਡੀਆ 'ਚ ਤਾਂ ਹੁਣ ਜਿਵੇਂ ਆਹ ਘਟਨਾ ਹੋਈ ਸੀ ਲਖੀਮਪੁਰ ਵਾਲੀ, ਉਹ ਇੰਟਰਨੈਟ ਹੀ ਬੰਦ ਕਰਤਾ। ਹਾਂ, ਇੰਟਰਨੈਟ ਹੀ ਬੰਦ ਕਰਤਾ। ਸੋ ਪਰ ਕੋਈ ਗੱਲ ਨਹੀਂ ਵੀਰੇ, ਕਹਿੰਦੇ ਹੁੰਦੇ ਨਾ ਕਿ ਆਪਾਂ ਦਬਣ ਵਾਲੇ ਤਾਂ ਹੈ ਨਹੀਂ ਗੇ, ਹੈ ਨਾ। ਤੇ ਕਹਿੰਦੇ ਆ ਵੀ ਜਦੋਂ ਪਹਿਲਾਂ ਜਲ੍ਹਿਆਂਵਾਲੇ ਬਾਗ ਦੀ ਘਟਨਾ ਨੂੰ ਚੱਕ ਲਓ, ਵੀ ਆਪਾਂ ਤਾਂ ਕਿੰਨੇ ਸਾਲਾਂ ਬਾਅਦ ਵੀ ਜਾ ਕੇ, ਹੈ ਨਾ, ਇੰਗਲੈਂਡ ਆ ਕੇ, ਉਹ ਤਾਂ ਫਿਰ ਹੱਕ ਤਾਂ ਸਾਨੂੰ ਲੈਣੇ ਆਉਂਦੇ ਆ। ਤੇ ਬਾਕੀ ਪ੍ਰਮਾਤਮਾ, ਮੇਰੀ ਤਾਂ ਇਹੀ ਰਿਕੁਐਸਟ ਹੈ ਕਿ ਜਾਗਰੂਕ ਹੋਵੋ, ਆਪਣੇ ਲਈ ਨਹੀਂ, ਆਪਣੇ ਬੱਚਿਆਂ ਦੇ ਫਿਊਚਰ ਲਈ, ਆਪਣੇ ਪੰਜਾਬ ਲਈ, ਹੈ ਨਾ, ਪੰਜਾਬੀਅਤ ਲਈ। ਤੇ ਪ੍ਰਮਾਤਮਾ ਮੇਰੀ ਤਾਂ ਇਹੀ ਅਰਦਾਸ ਸਭ ਨੂੰ ਚੜ੍ਹਦੀ ਕਲਾ ਰੱਖੇ ਤੇ ਜਿਉਂਦੇ ਵਸਦੇ ਰਹਿਣ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਆਸ਼ੂ ਜੀ ਤੁਹਾਡਾ। ਜਸ ਬਾਈ ਜੀ, ਕਿਰਤ ਕਰੋ ਨਾਮ ਜੋ ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦੇ ਰਿਹਾ ਪੂਰਾ? ਹਾਂਜੀ, ਪਹਿਰਾ ਬਸ ਮਾਲਕ ਦੁਆਰੇ ਆ ਜੀ। ਕਿਉਂ ਮਨ ਦੇ ਵਿੱਚ ਕੀ ਖਿਆਲ ਆਇਆ ਵੀ ਜਿਹੜਾ ਵੀ ਚਿਲਡਰਨ ਹਸਪੀਟਲ ਨੂੰ ਹੀ ਕਿਉਂ ਚੁਣਿਆ ਜਾਏ ਇਸ ਨੂੰ? ਅਸੀਂ ਜਿੱਦਾਂ ਪਹਿਲਾਂ ਵੀ ਸਾਰੇ ਭਰਾਵਾਂ ਦੀ ਸਪੋਰਟ ਨਾਲ ਪਹਿਲਾਂ ਵੀ ਕਰਦੇ ਆਉਂਦੇ ਆ, ਮਤਲਬ ਚਾਹੇ ਉਹ ਕੈਂਸਰ ਕੇਅਰ ਆ ਜਾਂ ਕੋਈ ਵੀ ਸਾਇਲੂਮ ਮਿਸ਼ਨ ਆ,
ਇਸ ਵਾਰੀ ਅਸੀਂ ਚਿਲਡਰਨ ਫਾਊਂਡੇਸ਼ਨ ਸੋਚੀ ਬਿਕਾਜ਼ ਇਹ ਚਿਲਡਰਨ ਫਾਊਂਡੇਸ਼ਨ ਬੱਚਿਆਂ ਦੇ ਸਪੈਸ਼ਲੀ ਟ੍ਰੀਟਮੈਂਟ ਜਾਂ ਉਹਨਾਂ ਦੀਆਂ ਬਿਮਾਰੀਆਂ 'ਤੇ ਰਿਸਰਚ ਕਰਦੇ ਆ। ਅਤੇ ਅਸੀਂ ਜਦੋਂ ਇਹਦੇ 'ਤੇ ਵਰਕਆਊਟ ਕੀਤਾ ਅਸੀਂ ਸੋਚਿਆ ਸਾਰਿਆਂ ਨੇ ਰਲ ਕੇ ਵੀ ਇਸ ਵਾਰੀ ਅਸੀਂ ਕਿਹਨੂੰ ਕਰਿਆ ਜਾਵੇ। ਸੋ ਚਿਲਡਰਨ ਫਾਊਂਡੇਸ਼ਨ ਨੇ ਰੀਸੈਂਟਲੀ ਇਹਨਾਂ ਨੇ ਕਾਰਡੀਓ ਲੈਬ ਬਣਾਈ ਹੈ ਬੱਚਿਆਂ ਲਈ। ਇਹਨਾਂ ਦਾ ਹਸਪੀਟਲ ਆ ਅਤੇ ਐਮਰਜੈਂਸੀ ਸਾਰੀ ਇਹ ਰੈਨੋਵੇਟ ਕਰ ਰਿਹਾ। ਇਹਨਾਂ ਨੂੰ ਉਹਦੇ ਲਈ ਮਿਲੀਅਨਸ ਆਫ ਡਾਲਰ ਚਾਹੀਦੇ ਨੇ ਅਤੇ ਇਹਨਾਂ ਦੇ ਆਲਮੋਸਟ 300 ਰਿਸਰਚਰ ਨੇ ਜਿਨ੍ਹਾਂ ਨੂੰ ਇਹ ਫਾਊਂਡੇਸ਼ਨ ਪਰਸਨਲੀ ਪੇ ਕਰਦੀ ਆ, ਕੋਈ ਗੌਰਮੈਂਟ ਫੰਡਰ ਨਹੀਂ। ਉਹ ਜਿਹੜੀਆਂ ਵੀ ਅਪਕਮਿੰਗਸ ਕੋਈ ਬੱਚਿਆਂ ਦੀਆਂ ਡਿਜ਼ੀਜ਼ ਨੇ ਉਹਨਾਂ 'ਤੇ ਵਰਕਆਊਟ ਕਰਦੇ ਆ ਵੀ ਬੱਚਿਆਂ ਦੀ ਜਾਨ ਨੂੰ ਕਿਵੇਂ ਬਚਾਇਆ ਜਾ ਸਕੇ। ਜੇ ਸਾਲ ਦੇ ਕੁਛ ਕੁ ਵੀ ਬੱਚੇ ਬਚਾ ਲੈਂਦੇ ਨੇ ਦੈਟ ਮੀਨਸ ਉਹ ਆਪਣਾ ਕੈਨੇਡਾ ਦਾ ਫਿਊਚਰ ਸੇਵ ਕਰ ਰਹੇ ਨੇ, ਫਿਊਚਰ ਬਚਾ ਰਹੇ ਨੇ। ਸੋ ਤਾਂ ਕਰਕੇ ਅਸੀਂ ਰਲ ਮਿਲ ਕੇ ਇਸ ਸਾਲ ਸੋਚਿਆ ਵੀ ਆਪਾਂ ਕੈਂਸਰ ਕੇਅਰ ਦੀ ਬਜਾਏ ਅਸੀਂ ਚਿਲਡਰਨ ਫਾਊਂਡੇਸ਼ਨ ਨੂੰ ਡੋਨੇਟ ਕਰਾਂਗੇ ਅਤੇ ਸਾਡਾ ਟਾਰਗੇਟ 25,000 ਸੀਗਾ ਅਤੇ ਅਸੀਂ ਜਿੰਨੇ ਵੀ ਇੱਥੇ ਖੜ੍ਹੇ ਹਾਂ ਸਾਰਿਆਂ ਨੇ ਰਲ ਮਿਲ ਕੇ 25,000 ਸੋਚਿਆ ਸੀ, ਪਰ ਅਸੀਂ 31,000 ਸਾਡੇ ਚੈੱਕ 'ਤੇ ਆ, ਪਰ ਸਾਡਾ ਉਦੋਂ ਬਾਅਦ ਵੀ ਕੁਛ ਆਏ ਜਿਹੜੇ ਐਡ ਹੋ ਗਿਆ ਸਾਡਾ ਅਸੀਂ $32,000 ਕ੍ਰੋਸ ਕਰਤਾ। ਬੜੇ ਸ਼ਾਰਟ ਜਿਹੇ ਨੋਟਿਸ ਦੇ ਵਿੱਚ ਤੁਸੀਂ ਇਹ ਸਾਰਾ ਅਰੇਂਜ ਕੀਤਾ ਹੈਗਾ? ਹਾਂਜੀ, ਸਾਡਾ ਪਲਾਨ ਵੀ ਪਹਿਲਾਂ ਅਕਤੂਬਰ ਐਂਡ ਸੀਗਾ, ਬਟ ਫਿਰ ਕੁਛ ਕੁ ਅਰਸ਼ ਭਾਈ ਉਹਨਾਂ ਦੇ ਟੂਰ ਸੀ ਉਹਦੇ ਕਰਕੇ ਅਸੀਂ ਇਹ ਪਹਿਲਾਂ ਅਰੇਂਜ ਕੀਤਾ ਵੀ ਅਸੀਂ ਫਸਟ ਵੀਕ ਕਰੀਏ ਅਤੇ ਹਫ਼ਤੇ ਦਾ ਟਾਈਮ ਸੀ ਅਤੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋਗੇ? ਹਾਂਜੀ, ਡੈਫੀਨੇਟਲੀ ਅਸੀਂ ਐਨੂਅਲੀ ਕੀਤਾ ਲਾਸਟ ਈਅਰ ਵੀ, ਇਹ ਦਿਨਾਂ ਦੇ ਵਿੱਚ ਐਵਰੀ ਈਅਰ ਕਰਾਂਗੇ ਅਤੇ ਆਉਣ ਵਾਲੇ 5 ਸਾਲਾਂ ਦੇ ਵਿੱਚ ਇਹ ਸਾਡਾ 25,000 ਤੋਂ ਸਾਡਾ ਟਾਰਗੇਟ $1 ਲੱਖ ਐਨੂਅਲੀ ਅਸੀਂ ਡੋਨੇਟ ਕਰਨ ਦਾ ਸਾਡਾ ਟਾਰਗੇਟ ਹੋਊਗਾ। ਹਾਂਜੀ। ਸੋ ਇਹ ਸਨ ਜਸ ਬਾਈ ਜੀ ਜਿਹੜੇ ਕਿ ਆਪਣੇ ਹਾਈਵੇ ਮੋਟਰ ਫਰੇਟ ਦੇ ਓਨਰ ਵੀ ਨੇ ਅਤੇ ਇਹਨਾਂ ਨੇ ਅੱਜ ਇਹ ਫੰਡ ਰੇਜ਼ ਜਿਹੜਾ ਡਿਨਰ ਅਰੇਂਜ ਕੀਤਾ ਸੀਗਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਜਸ ਬਾਈ ਕਰਦੇ ਹਾਂ, ਤੁਸੀਂ ਇਸ ਵਧੀਆ ਕਾਜ਼ ਲਈ ਇਕੱਤਰ ਹੋ ਕੇ ਏਡੀ ਰਕਮ ਇਕੱਤਰ ਕਰਕੇ ਦਿੱਤੀ ਹੈਗੀ। ਧੰਨਵਾਦ ਬਹੁਤ ਬਹੁਤ। ਥੈਂਕ ਯੂ।